सारे पत्रकार साहबान का मैं स्वागत करदा। ਅਸੀਂ ਅੱਜ कैबिनेट ਦੇ ਵਿੱਚ कुछ महत्वपूर्ण फैसले शहरां दे पिंडां दे लोकां वास्ते अच्छे फैसले लए। मैं जब ओपोजिशन लीडर सीगा ਤਾਂ ਸਾਡਾ ਇੱਕ ਪਿੰਡ ਹੈ सिंह माजरा, ਉੱਥੇ ਮੈਨੂੰ ਬੀਬੀਆਂ ਨੇ ਰੋਕ ਲਿਆ। ਅਖੇ ਜੀ 4 दिन हो गए ਸਾਡੇ ਪਿੰਡ ਦੇ ਵਿੱਚ ਪਾਣੀ ਨਹੀਂ ਆਇਆ। ਖਬਰ ਲੱਗੀ ਸੀ, ਗਿਆ ਮੈਂ ਵੈਸੇ ਤਾਂ ਸੀ ਉੱਥੇ, ਬੀਬੀਆਂ ਨੇ ਰੋਕ ਲਿਆ ਮੈਨੂੰ ਕਿ ਜੀ ਸਾਡਾ ਕਨੈਕਸ਼ਨ ਕੱਟ ਹੋ ਗਿਆ ਹੈ। ਜਿਹੜਾ ਸਾਡਾ ਪਿੰਡ ਦਾ ਟਿਊਬਲ ਹੈ ਉਹਦਾ ਸਾਡਾ ਬਕਾਇਆ ਜਮਾ ਨਹੀਂ ਹੋਇਆ, ਇਸ ਕਰਕੇ ਸਾਡਾ ਕਨੈਕਸ਼ਨ ਕੱਟਿਆ ਗਿਆ। ਸਾਡਾ ਤਾਂ ਪਾਣੀ ਰੁਕਿਆ ਹੋਇਆ, ਸਾਨੂੰ ਨਹਾਉਣ ਤੇ ਔਖੇ ਹੈ। ਕਾਰਨ ਕਿਆ ਸੀ ਕਿ ਪਿੰਡ ਦੀ ਪੰਚਾਇਤ ਟੈਂਕੀ ਨੂੰ ਚਲਾਉਂਦੀ ਹੈ। ਟੈਂਕੀ ਦਾ ਬਿੱਲ ਕਾਫੀ ਸਮੇਂ ਤੋਂ ਲਮਕਿਆ ਹੋਇਆ ਸੀ, ਪਿੰਡ ਸਮਰਥ ਨਹੀਂ ਸੀ ਜਮਾ ਕਰਾਉਣ ਦੇ, ਔਰ ਬਿਜਲੀ ਵਾਲੇ ਕਨੈਕਸ਼ਨ ਕੱਟ ਗਏ। ਸਰਕਾਰ ਅਕਾਲੀ ਦਲ ਦੀ ਸੀਗੀ, ਤਾਂ ਤੁਸੀਂ ਉਹਨਾਂ ਦਿਨਾਂ ਸ਼ਾਇਦ ਫੋਟੋ ਵੀ ਅਖਬਾਰਾਂ ਦੇਖੀ ਹੋਵੇ। ਮੈਂ ਆਪ ਖੰਭੇ ਪਰ ਚੜ ਕੇ मैं कईयां नूं कहा यार लगा दो कनेक्शन, मैं खड़ा कोई गल नहीं देख लांगे, लेकिन हर कोई डरदा चढ़े ना। सरपंच नूं कहा होगा ना, मैं भी नहीं चढ़दा जी। अल्टीमेटली पानी का पिंड च पहुंचाउणा सी, मैं आप खंभे पर चढ़ के उन्हां दा कनैक्शन लगाया। ये 2016 की गल है, जब मैं ओपोजिशन लीडर सी। जब मैं सोचिया सी कि जिस तरह असी किसानां दियां 50, 60, 100 या 200 हर पिंड दे विच मोटरां दा बिल माफ किया होया है, उसे तरह पिंड दे जिहड़े सिटीजन है, चाहे वो किसी वर्ग दे है, उन्हां नूं जिहड़ी पानी दिंदी है मोटर, उहदा भी बिल माफ करा। सेम शहरां विच भी है स्थिति। सो अज असी एक महत्वपूर्ण फैसले दे नाल शहरां दे विच ਜਿਹੜੇ ਪਾਣੀ ਦੇ ਰੇਟ ਆ ਉਹ ਫਲੈਟ ਰੇਟ ਕੀਤਾ ਹੈ, ਤੇ ਉਹਦੇ ਵਿੱਚ 700 ਕਰੋੜ ਰੁਪਏ ਦੇ ਬਕਾਏ ਹੈ ਜਿਹੜੇ ਲੋਕਾਂ ਦੇ ਖੜੇ। 700 ਕਰੋੜ ਸਮਰਥ ਨਾ ਹੋਣ ਕਰਕੇ ਦੇ ਨਹੀਂ ਰਹੇ ਲੋਕ, ਇਸ ਕਰਕੇ ਅਸੀਂ ਉਹ 700 ਕਰੋੜ ਰੁਪਏ ਪਰ ਅੱਜ ਲੀਕ ਮਾਰ ਰਹੇ ਹਾਂ। ਪੁਰਾਣੇ ਪਾਣੀ ਦੇ ਬਕਾਏ ਸਾਰੇ ਸ਼ਹਿਰਾਂ ਦੇ ਮਾਫ ਕਰ ਰਹੇ ਤੇ ਜਿਹੜਾ ਪਾਣੀ ਦੀ ਟੈਂਕੀ ਪਰ ਟਿਊਬਲ ਲੱਗਿਆ ਹੋਇਆ, ਮੇਰੇ ਖਰੜ ਸ਼ਹਿਰ ਦੇ ਵਿੱਚ ਮੈਂ ਰਹਿੰਦਾ 45 ਟਿਊਬਲ ਹੈ, ਉਹਨਾਂ ਦੇ ਸਾਰਿਆਂ ਦੇ ਬਿੱਲ ਅੱਗੇ ਤੋਂ ਪੰਜਾਬ ਸਰਕਾਰ ਭਰੇ ਕਰੇਗੀ ਤੇ ਕਮੇਟੀਆਂ ਤੇ ਉਸ ਦਾ ਲੋਡ ਨਹੀਂ ਪਏਗਾ, ਲੋਕਾਂ ਤੇ ਉਸ ਦਾ ਲੋਡ ਨਹੀਂ ਪਏਗਾ। ਹੁਣ ਰੇਟ ਹੈ ਜਿਹੜਾ 125 ਤੱਕ ਗਜ ਦੇ ਪਲਾਟ ਤੱਕ ਮਾਪ ਹੈ, ਉਹ ਉਸੇ ਤਰ੍ਹਾਂ ਮਾਪ ਰਹੇਗਾ। लेकिन उस तो उपर दे जेड़े है वो पहला ਵੱਖ-ਵੱਖ रेट है। 105 रुपये है, फिर 150 है, फिर 250 है, फिर 300 है, प्लाट के साइज के नाल बढ़ते हैं। उन्होंने सारिਆਂ ਨੂੰ फ्लैट करके 105 रुपये ਜਿਹੜਾ मिनिमम रेट है ਉਹਨੂੰ भी ਅਸੀਂ ਅੱਧ ਤੋਂ ਘੱਟ ले आए हैं। 50 रुपये ਅਸੀਂ रेट फिक्स करता पूरे पंजाब ਦੇ ਵਿੱਚ, सिर्फ 50 रुपये देंगे। ਇਹ भी ਸਾਡੀ केंद्र सरकार दे नाल पंजाब सरकार ने पहला एक कमिटमेंट करी हुई है कि जेड़े सरकार दियां केंद्र दियां ग्रंटां आउंदियां वो कहंदे जी तुहानूं यूजर चार्जेस लेने पैणगे, उस तहत सानूं 50 रुपये मिनिमम लेने पैणे। इस करके असीं 50 रुपये मिनिमम रेट जिहड़ा वो पिंडां ते शहरां वास्ते फिक्स कर रहे हैं। इसे तरह एक बहुत बड़ी राहत शहरां दे हर वर्ग दे हर परिवार ਨੂੰ ਅਸੀਂ ਦੇ ਰਹੇ ਹਾਂ, ਜਿਹੜੀ ਕਿ 700 ਕਰੋੜ ਰੁਪਏ ਅਸੀਂ ਉਹਨਾਂ ਦਾ ਪਾਣੀ ਦਾ ਬਕਾਇਆ ਮਾਫ ਕਰ ਰਹੇ ਹਾਂ। ਤੇ ਨਾਲ ਇਸ ਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਪਾਣੀ ਦੀਆਂ ਟੈਂਕੀਆਂ ਦੇ ਬਿੱਲ ਜਿਹੜੇ ਕਿ ਪੰਚਾਇਤਾਂ ਤੇ ਖੜੇ ਹੈ। ਮੇਰੇ ਇਲਾਕੇ ਦਾ ਪਿੰਡ ਹੈ ਘੜੂਆ, 1 ਕਰੋੜ ਰੁਪਇਆ ਉਹਨਾਂ ਦਾ ਪਾਣੀ ਦਾ ਬਕਾਇਆ ਬਿੱਲ ਖੜਾ ਹੈ, ਬਿਜਲੀ ਦਾ, ਟਿਊਬਲ ਦਾ। ਉਹਨਾਂ ਦੇ ਟਿਊਬਲਾਂ ਦਾ 10-15 ਸਾਲ ਤੇ ਜਮਾ ਨਹੀਂ ਹੋ ਰਿਹਾ।
सरपंच मेरे पास 30 दिन आ जाता है कि जी साडा कनैक्शन कट्टण आ गए। सो ये जिहड़ा सरपंचां दे उपर पंचायतां दे उपर तलवार लमकदी रहिंदी इहनूं बिल्कुल खत्म कर रहे हैं। साडी कैबिनेट ने फैसला कर लिया, FM साहब ने मंजूरी देती है ते असी 1168 करोड़ रुपए दे बिजली दे बकाए बिल माफ कर रहे हैं पंचायतां दे पिंडां दे लोकां नूं राहत देण वास्ते। इहदे नाल ही पिछले बिल तक दा जिन्ना बकाया है पिंडां दे लोकां दा, जिस तरह शहरां दे लोकां दा माफ कीता है, चाहे वो किसे वर्ग दे है। मैं क्लीयर कर देवां, आम तौर ते फिर कह दिंदे जी तां फलाणे दे कीते तां ओहदे कीते, इदां नहीं है। ਜਿਹੜਾ ਬੰਦਾ ਪਿੰਡ 'ਚ ਵਸ ਰਿਹਾ, ਜਿਹੜਾ ਬੰਦਾ ਸ਼ਹਿਰ 'ਚ ਵਸ ਰਿਹਾ, ਉਹਨਾਂ ਦੇ ਪੁਰਾਣੇ ਬਿਜਲੀ ਦੇ ਬਿੱਲਾਂ ਦੇ ਬਕਾਏ ਆ ਜਿਹੜੇ, ਉਹਨਾਂ ਪਰ ਅੱਜ ਅਸੀਂ ਲਾਈਨ ਮਾਰਤੀ ਹੈ ਕੈਬਨਿਟ ਨੇ। ਉਹਨਾਂ ਤੋਂ ਅੱਗੇ ਤੋਂ ਨਹੀਂ ਵਸੂਲੇ ਜਾਣਗੇ। ਅੱਗੇ ਤੋਂ ਪਹਿਲਾਂ 166 ਰੁਪਏ ਬਿਜਲੀ ਪਾਣੀ ਦਾ ਬਿੱਲ ਆਉਂਦਾ ਹੈ ਹਰ ਪਿੰਡ ਦੇ ਹਰ ਬਸਿੰਦੇ ਨੂੰ। ਹੁਣ ਅਸੀਂ ਉਹਦਾ ਫਲੈਟ ਰੇਟ ਕਰਤਾ ਹੈ, ਕਿਉਂਕਿ ਬਿਜਲੀ ਦਾ ਜਿਹੜਾ ਬਿੱਲ ਹੈ ਅੱਗੇ ਨੂੰ ਮੋਟਰ ਜਿਹੜੀ ਚੱਲਦੀ ਹੈ ਉਹਦਾ ਬਿੱਲ ਸਰਕਾਰ ਨੇ ਦੇਣਾ। ਅੱਗੇ ਤੋਂ ਅਸੀਂ ਭਰਾਂਗੇ ਬਿਜਲੀ ਬੋਰਡ ਨੂੰ। ਬਿਜਲੀ ਬੋਰਡ ਨੂੰ ਤਾਂ ਪੈਸੇ ਦੇਣੇ ਪੈਣੇ, ਪੰਜਾਬ ਸਰਕਾਰ ਦੇਗੀ। ਤੇ ਲੋਕਾਂ ਦਾ 166 ਤੋਂ ਘੱਟ ਕੇ ਸਿਰਫ ਉਹਨਾਂ ਦਾ ਅਸੀਂ ਖਰਚਾ ਕੈਲਕੂਲੇਟ ਕੀਤਾ ਹੈ ਕਿ ਪਿੰਡ ਦੇ ਵਿੱਚ ਇੱਕ ਬੰਦਾ ਮੋਟਰ ਚਲਾਉਂਦਾ ਹੈ, ਕਦੇ ਮੋਟਰ ਖਰਾਬ ਹੋ ਜਾਂਦੀ ਠੀਕ ਕਰਨੀ ਪੈਂਦੀ ਹੈ, ਕੋਈ ਲੀਕੇਜ ਹੋ ਜਾਂਦੀ ਛੋਟੀ ਮੋਟੀ, 50 ਰੁਪਏ। ਕਿਉਂਕਿ ਇਹ ਕੇਂਦਰ ਸਰਕਾਰ ਦਾ ਇੱਕ ਕਾਨੂੰਨ ਦੇ ਵਿੱਚ ਅਸੀਂ ਬੱਝੇ ਹੋਏ ਆ, ਸਾਨੂੰ ਲਾਉਣੇ ਪੈਂਦੇ ਆ। ਇਸ ਕਰਕੇ 50 ਰੁਪਏ ਫਲੈਟ ਰੇਟ ਅਸੀਂ ਲੋਕਾਂ ਵਾਸਤੇ ਕਰਕੇ ਦੇ ਰਹੇ ਹਾਂ। 50 ਰੁਪਏ 'ਚ ਇਹ ਉਹਨਾਂ ਨੂੰ ਪਾਣੀ ਮਿਲੇਗਾ। 70% ਦੀ ਰਿਬੇਟ ਹੈ ਅਸੀਂ ਉਹਨਾਂ ਨੂੰ ਦੇਤੀ ਹੈ। ਅੱਗੇ ਤੋਂ ਪੰਚਾਇਤ ਨੇ ਪੈਸੇ ਨਹੀਂ ਜਮ੍ਹਾਂ ਕਰਾਉਣੇ, ਬਿਜਲੀ ਦੇ ਸਰਕਾਰ ਉਹਨਾਂ ਨੂੰ ਦੇਗੀ। ਇਹ ਦੋ ਵੱਡੀਆਂ ਰਾਹਤਾਂ। ਮੈਂ ਧੰਨਵਾਦੀ ਹਾਂ ਆਪਣੀ ਕੈਬਨਿਟ ਦਾ, ਅਫਸਰ ਸਾਹਿਬਾਨ ਦਾ, ਬੜੀ ਸੂਝ-ਬੂਝ ਦੇ ਨਾਲ, ਔਰ ਖਾਸ ਤੌਰ ਤੇ ਫਾਈਨਾਂਸ ਡਿਪਾਰਟਮੈਂਟ ਦਾ, ਜਿਹੜਾ ਕਈ ਸਾਡੇ ਵਿਰੋਧੀ ਕਹੀ ਜਾਂਦੇ ਖਜ਼ਾਨਾ ਖਾਲੀ ਹੈ ਜੀ, ਇਹ ਹੈ ਜੀ, ਉਹ ਹੈ ਜੀ। ਪੰਜਾਬ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਨਾ ਅਸੀਂ ਖਾਲੀ ਹੋਣ ਦੇਣਾ, ਭਰਿਆ ਰਹੇਗਾ। ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਔਰ ਸਹੀ ਸਹੂਲਤਾਂ ਜਿਹੜੀਆਂ ਉਹਨਾਂ ਦੀਆਂ ਬਣਦੀਆਂ, ਸਹੀ ਰੇਟਾਂ ਤੇ ਬਿਜਲੀ ਔਰ ਪਾਣੀ ਸੀਵਰੇਜ ਦੇਣ ਲਈ ਵਚਨਬੱਧ ਹੈ। ਸਹੀ ਔਰ ਪੜ੍ਹਾਈ ਹੈ ਜਿਹੜੀ ਉਹ ਵਧੀਆ ਕੁਆਲਿਟੀ ਐਜੂਕੇਸ਼ਨ ਦੇਣ ਲਈ ਵਚਨਬੱਧ ਹੈ, ਔਰ ਅਸੀਂ ਦੇਵਾਂਗੇ। ਇਸ ਲਈ ਇੱਕ ਫੈਸਲਾ, ਇਹ ਦੋ ਫੈਸਲੇ ਮੈਂ ਤੁਹਾਨੂੰ ਦੱਸੇ ਆ ਜਿਹੜੇ ਵੱਡੇ ਅੱਜ ਪੰਜਾਬ ਸਰਕਾਰ ਵੱਲੋਂ ਲਿੱਤੇ ਗਏ ਹੈ। ਇੱਕ ਹੋਰ ਫੈਸਲਾ ਹੈ ਜਿਹੜਾ ਅੱਜ ਅਸੀਂ ਵੱਡਾ ਲਿਆ ਹੈ ਕਿ ਪਿਛਲੀਆਂ ਸਰਕਾਰਾਂ ਨੇ ਫੈਸਲਾ ਕਰਤਾ ਸੀ ਕਿ ਜਿਹੜੇ IAS ਹੈ ਇਹ ਤਾਂ ਹੋਣਗੇ ਰੈਗੂਲਰ ਭਰਤੀ, A ਕਲਾਸ B ਕਲਾਸ ਹੋਣਗੇ ਰੈਗੂਲਰ ਭਰਤੀ, C ਕਲਾਸ ਰੈਗੂਲਰ। ਲੇਕਿਨ ਜਿਹੜਾ D ਕਲਾਸ ਹੈ ਜਿਹਦੇ ਵਿੱਚ ਚਪੜਾਸੀ, ਜਿਹਦੇ ਵਿੱਚ ਡਰਾਈਵਰ, ਜਿਹਦੇ ਵਿੱਚ ਬੇਲਦਾਰ, ਜਿਹਦੇ ਚ ਟੈਕਨੀਸ਼ੀਅਨ, ਜ਼ਿਆਦਾ ਗਿਣਤੀ ਜਿਹੜੇ ਬੰਦੇ ਨੇ +2 ਕੀਤੀ ਹੈ, BA ਤੱਕ ਇਹ ਰੁਕ ਗਿਆ, ਜਾਂ ਗਰੀਬ ਪਰਿਵਾਰਾਂ ਦੇ ਬੰਦੇ, ਮਿਡਲ ਕਲਾਸ ਦੇ ਬੰਦੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ, ਉਹਨਾਂ ਨੇ ਤਾਂ ਇਹੀ ਕੁਝ ਲੱਗਣਾ ਹੁੰਦਾ। ਉਹਨਾਂ ਦੀਆਂ ਜਿਹੜੀ ਭਰਤੀ ਹੈ ਉਹ ਆਊਟਸੋਰਸ ਕਰ ਦਿੱਤੀ ਸੀ। ਅਸੀਂ ਉਸ ਡਿਸੀਜਨ ਨੂੰ ਸਰਕਾਰ ਦੇ ਨੂੰ ਬਦਲ ਰਹੇ ਹਾਂ। ਹੁਣ ਕੀ ਕਰਤਾ ਸੀ ਕਿ ਜੇ ਚਪੜਾਸੀ ਰਿਟਾਇਰ ਹੋ ਗਿਆ ਤਾਂ ਪੋਸਟ ਵੀ ਨਾਲੇ ਖਤਮ ਹੋ ਜਾਣੀ, ਅੱਗੇ ਇਹਨੂੰ ਭਰਤੀ ਹੋ ਨਹੀਂ ਕਰਨਾ। ਜੇ ਕਰਨਾ ਹੈ ਤਾਂ ਆਊਟਸੋਰਸ ਕਰਨਾ ਹੈ। ਆਊਟਸੋਰਸ ਕਿੰਨਾ, 5000 7000 ਜਾਂ 10000, ਇਹਦੇ ਚ ਕਿਤੇ ਗੁਜ਼ਾਰਾ ਹੁੰਦਾ? ਜਿਸ ਤੋਂ ਕੰਮ ਲੈਣਾ ਹੈ ਉਹਦਾ ਪਰਿਵਾਰ ਵੀ ਪੜਨਾ ਚਾਹੀਦਾ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜਿਸ ਤੋਂ ਕੰਮ ਲੈਣਾ ਹੈ ਸਰਕਾਰ ਨੇ, ਜਾਂ ਜਿਹੜਾ ਕਿਤੇ ਕੋਈ ਕੰਮ ਕਿਸੇ ਦੇ ਘਰ ਕਰ ਰਿਹਾ ਜਾਂ ਕਿਸੇ ਦੀ ਦੁਕਾਨ ਤੇ ਕਰ ਰਿਹਾ, ਕਿਸੇ ਦੇ ਇੰਡਸਟਰੀ ਦੇ ਵਿੱਚ ਕਰ ਰਿਹਾ, ਉਹਨੂੰ ਗੁਜ਼ਾਰੇ ਜੋਗੇ ਪੈਸੇ ਮਿਲਣ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਅਸੀਂ ਇਨਸ਼ੋਰ ਕਰਨਾ ਹੈ। ਲੇਕਿਨ ਜੇ ਅਸੀਂ ਆਪ ਇਸ ਤਰ੍ਹਾਂ ਕਰਾਂਗੇ ਕਿ ਆਊਟਸੋਰਸ ਦੇ ਬੰਦੇ ਰੱਖਾਂਗੇ, ਸਾਰੀ ਉਮਰ ਉਹਨਾਂ ਦੇ ਤਲਵਾਰ ਲਟਕਦੀ ਰਹਿੰਦੀ ਜਦ ਤੱਕ ਨੌਕਰੀ ਕਰਦੇ ਰਹਿੰਦੇ ਕਿ ਅੱਜ ਕੱਟ ਤੇ ਕੱਲ ਕੱਟ ਤੇ ਜਦ ਮਰਜ਼ੀ ਕੱਢ ਦੋ। ਇਹ ਸਿਸਟਮ ਨੂੰ ਅਸੀਂ ਖਤਮ ਕਰ ਰਹੇ ਹਾਂ। ਅਸੀਂ ਫੈਸਲਾ ਕਰ ਲਿਆ ਕਿ ਕਲਾਸ D ਦੀਆਂ ਪੋਸਟਾਂ ਵੀ ਰੈਗੂਲਰ ਭਰਤੀ ਹੋਣਗੀਆਂ ਤੇ ਅਸੀਂ ਹੁਣੇ ਇਹਨਾਂ ਨੂੰ ਭਰਤੀ ਸ਼ੁਰੂ ਕਰਾਂਗੇ। ਇਹਨਾਂ ਦੀ ਜਿੰਨੀਆਂ ਪੋਸਟਾਂ ਖਾਲੀ ਹੈ ਉਹ ਭਰਾਂਗੇ। ਗਰੀਬ ਆਦਮੀ ਨੂੰ ਵੀ, ਮਿਡਲ ਕਲਾਸ ਦੇ ਆਦਮੀ ਨੂੰ ਵੀ ਉਨਾ ਹੀ ਹੱਕ ਹੈ
ਡੀ ਕਲਾਸ ਦੇ ਅਫਸਰ ਜਾਂ ਕਰਮਚਾਰੀ ਨੂੰ ਵੀ ਉਨਾ ਹੀ ਹੱਕ ਹੈ ਜਿੰਨਾ ਆਈਏਐਸ ਅਫਸਰ ਨੂੰ ਹੈ, ਜਿੰਨਾ ਅਫਸਰਾਂ ਨੂੰ ਹੈ, ਕਿ ਜੇ ਅਫਸਰ ਰੈਗੂਲਰ ਭਰਤੀ ਹੁੰਦਾ ਹੈ, ਤਾਂ ਡਰਾਈਵਰ ਵੀ ਰੈਗੂਲਰ ਭਰਤੀ ਹੋਣਾ ਚਾਹੀਦਾ। ਇਹ ਅਸੀਂ ਫੈਸਲਾ ਕੀਤਾ। ਇਸ ਦੇ ਨਾਲ ਹੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੈਬਨਿਟ ਨੇ ਅੱਜ ਬੜਾ ਸੀਰੀਅਸ ਵਿਊ ਲਿਆ ਹੈ। ਜਿਹੜਾ BSF ਤੇ CRP ਕੇਂਦਰ ਸਰਕਾਰ ਨੇ, ਤੁਹਾਨੂੰ ਪਤਾ ਹੈ ਕਿ ਉਹਦਾ ਦਾਇਰਾ 50 ਕਿਲੋਮੀਟਰ ਕਰ ਦਿੱਤਾ ਹੈ। ਕੈਬਨਿਟ ਕੁਝ ਦਿਨਾਂ ਦੇ ਵਿੱਚ ਦੁਬਾਰੇ ਇਸ ਤੇ ਸਪੈਸ਼ਲ ਅਸੀਂ ਕੈਬਨਿਟ ਮੀਟਿੰਗ ਬੁਲਾ ਰਹੇ। ਅਸੀਂ ਇਸ ਗੱਲ ਤੋਂ ਬਿਲਕੁਲ ਖਿਲਾਫ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਪੰਜਾਬ ਸਰਕਾਰ, ਰਾਜ ਦੀ ਸਰਕਾਰ ਜਿਹੜੀ ਰਾਜ ਵਿੱਚ ਇਹ ਲਾਗੂ ਕੀਤੇ ਜਾ ਰਹੇ, ਉਹਨਾਂ ਤੋਂ ਪੁੱਛੇ ਬਿਨਾਂ ਨਹੀਂ ਲਏ ਜਾਣੇ ਚਾਹੀਦੇ, ਵਿਦਆਊਟ ਕੰਸਲਟੇਸ਼ਨ ਨਹੀਂ ਰਹਿਣੇ ਚਾਹੀਦੇ। ਔਰ ਜਿਹੜਾ ਲਾਅ ਐਂਡ ਆਰਡਰ ਹੈ ਉਹ ਸਟੇਟ ਸਬਜੈਕਟ ਹੈ। ਅਸੀਂ ਸક્ષਮ ਹੈ, ਪੰਜਾਬ ਸਰਕਾਰ ਸક્ષਮ ਹੈ। ਜੇ ਪੰਜਾਬ ਸਰਕਾਰ ਦੀ, ਪੰਜਾਬ ਦੀ ਪੁਲਿਸ ਅੱਤਵਾਦ ਖਤਮ ਕਰ ਸਕਦੀ ਹੈ, ਤਾਂ ਇਹ ਸક્ષਮ ਹੈ ਕਿ ਕਿਸੇ ਵੀ ਘਟਨਾ ਨੂੰ ਹੋਣ ਤੋਂ ਰੋਕ ਸਕਦੀ ਹੈ। ਔਰ ਅਸੀਂ ਹਰ ਤਰ੍ਹਾਂ ਦੀ ਲੜਾਈ ਦੇਸ਼ ਵਾਸਤੇ, ਕੌਮ ਵਾਸਤੇ, ਆਪਣੇ ਸੂਬੇ ਦੀ ਤਰੱਕੀ ਵਾਸਤੇ, ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਕਰਨੇ ਨੂੰ ਤਿਆਰ ਹੈ। ਔਰ ਅਸੀਂ ਸક્ષਮ ਹੈ। ਇਸ ਕਰਕੇ 15 ਕਿਲੋਮੀਟਰ ਤੇ 50 ਕਿਲੋਮੀਟਰ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਅਸੀਂ ਇਸ ਦਾ ਵਿਰੋਧ ਕਰਦੇ। ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਕੈਬਨਿਟ ਮੀਟਿੰਗ ਬੁਲਾਈ ਹੈ। ਮੈਂ ਚਿੱਠੀ ਲਿਖੀ ਹੈ। FM ਸਾਡੇ ਹੋਮ ਮਿਨਿਸਟਰ ਸਾਹਿਬ ਹੈ, ਇਹਨਾਂ ਨੇ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਹੈ। ਕੈਬਨਿਟ ਦੇ ਵਿੱਚ ਗੱਲ ਕਰਕੇ ਪਾਸ ਕਰਾਂਗੇ। ਜ਼ਰੂਰਤ ਪਈ ਤਾਂ ਆਲ ਪਾਰਟੀ ਮੀਟਿੰਗ ਕਰਾਂਗੇ, ਬਾਕੀ ਪਾਰਟੀਆਂ ਨੂੰ ਵੀ ਨਾਲ ਲੈ ਕੇ ਚੱਲਾਂਗੇ। ਇਹ ਸਾਰੇ ਪੰਜਾਬ ਦੀ ਲੜਾਈ ਹੈ, ਕੱਲੀ ਕਿਸੇ ਇੱਕ ਪਾਰਟੀ ਦੀ ਜਾਂ ਕੱਲੇ ਕਿਸੇ ਸਰਕਾਰ ਦੀ ਲੜਾਈ ਨਹੀਂ ਹੈ। ਇਸ ਕਰਕੇ ਜੇ ਜ਼ਰੂਰਤ ਪਈ, ਨਹੀਂ ਹੋਏਗਾ ਤਾਂ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਵੀ ਇਸ ਮੁੱਦੇ ਤੇ ਸੱਦਿਆ ਜਾਏਗਾ। ਨਾਲ ਹੀ ਮੈਂ ਸੁਖਬੀਰ ਬਾਦਲ ਜੀ ਦੀ ਇੱਕ ਪ੍ਰੈਸ ਕਾਨਫਰੰਸ ਦੇਖੀ ਹੈ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸੈਂਸਿਟਿਵ ਇਸ਼ੂ ਹੈ, ਪੂਰੇ ਸੂਬੇ ਦੀ ਗੱਲ ਹੈ। ਸੂਬੇ ਦੀ ਜਿਹੜੀ ਜੋ ਇਹਦੇ ਕਨਸਟੀਟਿਊਸ਼ਨਲ ਰਾਈਟ ਹੈ, ਸਟੇਟ ਐਂਡ ਸੈਂਟਰਲ ਸਟੇਟ ਦੇ ਰਿਲੇਸ਼ਨ ਹੈ, ਜੋ ਫੈਡਰਲ ਸਿਸਟਮ ਸਾਡਾ ਕਨਸਟੀਟਿਊਸ਼ਨ ਸਾਨੂੰ ਦਿੰਦਾ ਹੈ, ਉਸ ਦੇ ਅਧਿਕਾਰਾਂ ਦੀ ਗੱਲ ਹੈ। ਇਸ ਕਰਕੇ ਇਸ ਨੂੰ ਭੜਕਾਊ ਸ਼ਬਦਾਂ ਦੇ ਵਿੱਚ ਨਾ ਕਰੋ। ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਅਸੀਂ ਉਸ ਤੇ ਖੜੇ ਹਾਂ। ਕਿਸੇ ਤਰ੍ਹਾਂ ਵੀ ਅਸੀਂ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਜਿਸ ਤਰ੍ਹਾਂ ਦੇ ਉਹਨਾਂ ਨੇ ਉਹਦੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਜੀ ਹਰਮੰਦਰ ਸਾਹਿਬ ਦੇ ਵਿੱਚ ਉਹ ਆ ਕੇ ਵੜ ਜਾਣਗੇ, ਇਹ ਤਾਂ ਹਰਮੰਦਰ ਸਾਹਿਬ ਦੇ ਵਿੱਚ ਬਾੜਦੇ ਜੀ, ਇਹ ਤਾਂ ਚੰਨੀ ਨੇ ਉੱਥੇ ਦੇਤਾ ਜੀ। ਉਹ ਯਾਰ ਸਾਨੂੰ ਤਾਂ ਅਗਲੇ ਨੇ ਪੁੱਛਿਆ ਨਹੀਂ। ਇੱਕ ਆਰਡਰ ਕੱਢ ਕੇ ਅਖਬਾਰਾਂ 'ਚੋਂ ਪਤਾ ਲੱਗਿਆ ਕਿ ਇਹ ਆਰਡਰ ਨਿਕਲ ਗਿਆ। ਇਸ ਕਰਕੇ ਇਸ ਤਰ੍ਹਾਂ ਦੀ ਭੜਕਾਹਟ ਸੂਬੇ ਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈ। ਸੁਖਬੀਰ ਬਾਦਲ ਜੀ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਅਸੀਂ ਪਹਿਲਾਂ ਬਹੁਤ ਅੱਤਵਾਦ ਭੋਗ ਚੁੱਕੇ, ਬੜਾ ਨੁਕਸਾਨ ਕੀਤਾ ਹੈ। ਅਕਾਲੀ ਦਲ ਉਸ ਦਾ ਜ਼ਿੰਮੇਵਾਰ ਹੈ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਅੱਤਵਾਦ ਆਇਆ। ਇਹਨਾਂ ਲੋਕਾਂ ਨੇ ਮਰਜੀ ਬੜੇ ਤਿਆਰ ਕਰਕੇ, ਇਹਨਾਂ ਲੋਕਾਂ ਨੇ ਪਤਾ ਨਹੀਂ ਕਿਆ ਕਿਆ ਕੀਤਾ ਕਿ ਸਾਡੇ ਪੰਜਾਬ ਦੀ ਬਹੁਤ ਜਵਾਨੀ ਦਾ ਕਾਣ ਹੋਇਆ। ਅਸੀਂ ਪੰਜਾਬ ਨੂੰ, ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ, ਮੈਂ ਪਿੱਛੇ ਜੇ ਹੋਮ ਮਿਨਿਸਟਰ ਸਾਹਿਬ ਨੂੰ ਮਿਲਿਆ, ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਕਿ ਸਰਕਾਰ ਜਿਹੜੀ ਮਰਜ਼ੀ ਆਵੇ, ਮੁੱਖ ਮੰਤਰੀ ਅਗਲਾ ਜਿਹੜਾ ਮਰਜ਼ੀ ਬਣੇ, ਇੱਕ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਸਾਡਾ ਅਮਨ ਸ਼ਾਂਤੀ ਔਰ ਆਪਸੀ ਭਾਈਚਾਰਾ ਸਭ ਤੋਂ ਜ਼ਰੂਰੀ ਹੈ। ਪੰਜਾਬ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵਿੱਚ ਆਪਸੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ। ਜਾਤ ਬਰਾਦਰੀ ਜਾਂ ਧਰਮਾਂ ਦੇ ਨਾਮ ਤੇ ਸਾਡੇ ਬੰਦਿਆਂ ਨੂੰ ਏਕਤਾ ਹੋਣੀ ਜ਼ਰੂਰੀ ਹੈ। ਇਹਦੇ ਵਿੱਚ ਜੇ ਕੋਈ ਭੜਾਟ ਕਰਦਾ, ਉਹ ਪੰਜਾਬ ਦਾ ਦੁਸ਼ਮਣ ਹੈ, ਉਹ ਦੇਸ਼ ਦਾ ਦੁਸ਼ਮਣ ਹੈ। ਇਸ ਕਰਕੇ ਸੁਖਬੀਰ ਬਾਦਲ ਜੀ ਅਨਨੈਸੈਸਰੀਲੀ ਬਿਨਾਂ ਮਤਲਬ ਤੇ ਹਰਮੰਦਰ ਸਾਹਿਬ ਦੇ ਵਿੱਚ ਪੜ ਜਾਏਗੀ ਆ ਕੇ ਦੁਰਗਿਆਣਾ ਮੰਦਿਰ 'ਚ, ਇਹ ਕੀ ਮਤਲਬ ਹੈ ਗੱਲਾਂ ਕਰਨ ਦਾ? ਲੜਾਈ ਹੈਗੀ ਹੈ ਫੈਡਰਲ ਸਿਸਟਮ ਦੀ, ਲੜਾਈ ਹੈ ਪੰਜਾਬ ਦੇ ਅਧਿਕਾਰਾਂ ਦੀ, ਲੜਾਈ ਹੈ ਲਾਅ ਐਂਡ ਆਰਡਰ ਦੀ। ਔਰ ਸਰਕਾਰ ਪੰਜਾਬ ਦੀ ਇਸ ਨਾਲ ਪੂਰੀ ਤਰੀਕੇ ਦੇ ਨਾਲ ਕੇਂਦਰ ਸਰਕਾਰ ਨਾਲ ਇਤਫਾਕ ਨਹੀਂ ਰੱਖਦੀ ਕਿ ਜੀ ਇਹਨੂੰ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ ਜਾਵੇ।
ਕੋਈ ਜ਼ਰੂਰਤ ਨਹੀਂ। ਮੈਨੂੰ ਇਹ ਕਿਹਾ ਗਿਆ ਜੀ ਡਰੋਨ ਆਉਂਦੇ ਆ ਉਧਰ ਤੇ ਉਹਨਾਂ ਦੀ ਰੇਂਜ 50 ਕਿਲੋਮੀਟਰ ਹੈ। ਐਂ ਤਾਂ ਉਧਰ ਤੇ ਜਹਾਜ਼ ਵੀ ਆਉਂਦੇ ਆ, ਉਹਨਾਂ ਦੀ ਰੇਟ 200 ਕਿਲੋਮੀਟਰ ਹੈ, ਦਿੱਲੀ ਤੱਕ ਜਾਂਦੀ ਹੈ 250 ਕਿਲੋਮੀਟਰ ਤੱਕ। ਉਧਰ ਤੇ ਹੈਲੀਕਾਪਟਰ ਵੀ ਆ ਸਕਦਾ ਹੈ, ਉਹਦੀ ਰੇਂਜ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਫਿਰ ਡਰੋਨ ਨੂੰ ਜੇ ਰੋਕਣਾ 5 ਕਿਲੋਮੀਟਰ 'ਚ ਰੋਕ ਲਓ ਨਾ ਜਿੱਥੇ ਬੈਠੇ ਹੋ, 50 ਕਿਲੋਮੀਟਰ ਤੱਕ ਕਰਕੇ ਰੋਕਣ ਦੀ ਕੀ ਲੋੜ ਹੈ? ਇੱਧਰ ਸਾਡੀ ਪੁਲਿਸ ਬੈਠੀ ਹੈ, ਅਸੀਂ ਰੋਕਾਂਗੇ। ਜੋ ਸਾਡੀ ਡਿਊਟੀ ਅਸੀਂ ਕਰਾਂਗੇ, ਜੋ ਕੇਂਦਰ ਦੀ ਡਿਊਟੀ ਹੈ ਉਹ ਕੇਂਦਰ ਆਪਣੇ ਦਾਇਰੇ ਵਿੱਚ ਰਹਿ ਕੇ ਕਰੇ। ਇੰਨੀਆਂ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਕਿ ਅੱਜ ਕੈਬਨਿਟ ਨੇ ਫੈਸਲਾ ਲਿਆ ਹੈ ਕਿ ਮੱਖੂ ਪੱਟੀ ਰੇਲ ਲਿੰਕ ਹੈ ਜਿਹੜੀ, ਉਹਦਾ ਮੁਆਵਜ਼ਾ ਜਿਹੜਾ ਉੱਥੇ ਜ਼ਮੀਨ ਅਕਵਾਇਰ ਹੋਣੀ ਹੈ, ਉਹ ਪੰਜਾਬ ਸਰਕਾਰ ਬੜੀ ਛੇਤੀ ਉਹਦਾ ਮੁਆਵਜ਼ਾ ਦੇ ਕੇ ਅੱਜ ਫੈਸਲਾ ਲੈ ਲਿਆ ਕਿ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ਾ ਦੇ ਕੇ ਜ਼ਮੀਨ ਅਸੀਂ ਬੜੀ ਛੇਤੀ ਉਹਨਾਂ ਨੂੰ, ਕੇਂਦਰ ਸਰਕਾਰ ਨੂੰ, ਰੇਲਵੇ ਨੂੰ ਆਪ ਖਰੀਦ ਕੇ ਦੇਵਾਂਗੇ, ਤਾਂ ਕਿ ਇਹ ਜਿਹੜਾ ਰੇਲ ਲਿੰਕ ਹੈ ਜਿਹਦੇ ਨਾਲ ਪੂਰਾ ਦੇਸ਼ ਨਾਲ ਅਸੀਂ ਜੁੜਨਾ, ਜਿਹਦੇ ਨਾਲ ਪੰਜਾਬ ਦੀ ਇਕਨੋਮੀ ਦੇ ਉੱਪਰ ਬਹੁਤ ਬੜਾ ਫਾਇਦੇਮੰਦ ਅਸਰ ਹੋਣਾ, ਇਹ ਵੀ ਅਸੀਂ ਅੱਜ ਫੈਸਲਾ ਕੀਤਾ ਕਿ ਤੁਰੰਤ ਅਸੀਂ ਦੇ ਦੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੀਐਮ ਸਾਹਿਬ ਇਹ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਤੋਂ ਫਾਈਲਾਂ ਦੇ ਆਏ ਨੇ ਜਿਹੜੀਆਂ ਕੋਈ ਮੰਤਰੀਆਂ ਦੇ ਖਿਲਾਫ ਜਾਂ ਸੀਐਮ ਦੇ ਖਿਲਾਫ, ਇਸ ਕਰਕੇ ਯਾਰ ਜੀ ਇਹਦੇ ਨਾਲ ਸੰਬੰਧਿਤ ਗੱਲ ਕਰੋ ਜਿਹੜੀਆਂ ਮੈਂ 4 ਗੱਲਾਂ ਕੀਤੀਆਂ। ਜਿਹੜਾ ਡੀ ਕਲਾਸ 4th ਕਲਾਸ ਨੂੰ ਕਿਹਾ ਤੁਸੀਂ ਵੀ ਹੁਣ ਰੈਗੂਲਰ ਭਰਤੀ ਕਰਾਂਗੇ, ਜਿਹੜੇ ਪਹਿਲਾਂ ਤੁਸੀਂ ਭਰਤੀ ਕੀਤੀ ਹੋਈ ਉਹ ਫਿਰ ਰੈਗੂਲਰ ਸਮਝੇ ਜਾਣਗੇ। ਜਿਹੜੇ ਕੱਚੇ ਕਰਮਚਾਰੀ ਨੇ ਜੀ, ਜਿਹੜੇ ਪਹਿਲਾਂ ਸੁਣੋ, ਐਸੇ ਹੀ ਕੱਚੇ ਕਰਮਚਾਰੀਆਂ ਦੀ ਪਾਲਿਸੀ ਲੈ ਕੇ ਆ ਰਹੇ, ਉਹਨਾਂ ਨੂੰ ਪੱਕੇ ਕਰਨ ਦੀ ਬੜੀ ਛੇਤੀ ਆ ਜਾਏਗੀ। ਸਾਡੇ ਵੱਲੋਂ ਦਿਨ ਰਾਤ ਮਿਹਨਤ ਔਰ ਕੋਸ਼ਿਸ਼ ਕੀਤੀ ਜਾ ਰਹੀ ਇੰਪਲਾਈਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਅਕੋਮੋਡੇਟ ਕਰਨ ਦੀ। ਆਪਣੇ ਵਿੱਤ ਦੇ ਅਨੁਸਾਰ ਅਸੀਂ ਜੋ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਉਹ ਕਰਾਂਗੇ। ਉਹ ਸਿਸਟਮ ਲਿਆਵਾਂਗੇ ਜੀ, ਉਹਦੇ ਜਿਹੜੇ ਪੱਕੇ ਹੋ ਸਕਦੇ ਉਹਨਾਂ ਨੂੰ ਪੱਕੇ ਕਰਾਂਗੇ। ਅਸੀਂ ਇੱਕ ਆਪਣੀ ਧਾਰਨਾ ਬਣਾਤੀ ਹੈ ਕਿ ਜਿਹੜੀ ਇਹ ਪਿਛਲੀ ਸਰਕਾਰਾਂ ਦੇ ਵਿੱਚ ਹੋਇਆ ਕਿ ਜੀ ਤੁਸੀਂ ਕਲਾਸ ਡੀ ਨੂੰ ਹੀ ਪੱਕੇ ਭਰਤੀ ਨਹੀਂ ਕਰਨਾ, ਇਹ ਅਸੀਂ ਇਸ ਨੂੰ ਗਲਤ ਕਰਾਰ ਦੇ ਕੇ ਅੱਗੇ ਤੋਂ ਪੱਕੇ ਭਰਤੀ ਸੀਐਮ ਕਲਾਸ ਡੀ ਤੋਂ ਇਲਾਵਾ ਹੋਰ ਵੀ ਕੱਚੇ ਮੁਲਾਜ਼ਮ ਨੇ ਜਿਹੜੇ ਸਿੱਖਿਆ ਨਹੀਂ, ਮੈਂ ਇਹ ਕਿਹਾ ਕਿ ਕਲਾਸ ਡੀ ਨੂੰ ਅਸੀਂ ਪੱਕਾ ਕਰ ਰਹੇ ਹਾਂ। ਬਾਕੀਆਂ ਬਾਰੇ ਚ ਅਸੀਂ ਇੱਕ ਐਕਟ ਲੈ ਕੇ ਆ ਰਹੇ ਹਾਂ, ਉਹਨਾਂ ਸਾਰਿਆਂ ਨੂੰ ਜਿੰਨਾ ਅਸੀਂ ਆਪਣੇ ਵਿੱਤ ਦੇ ਅਨੁਸਾਰ ਪੱਕਾ ਕਰ ਸਕਦੇ ਕਰਨ ਦਾ ਤੁਹਾਨੂੰ ਬੜੀ ਛੇਤੀ ਕਾਨੂੰਨ ਲੈ ਕੇ ਆਵਾਂਗੇ। ਜਿਸ ਤਰ੍ਹਾਂ ਕਿ ਪ੍ਰਾਈਵੇਟ ਬਿਲਡਰ ਆਪਣੇ ਮਨਮਰਜ਼ੀ ਦੇ ਹਿਸਾਬ ਨਾਲ ਰੇਟ ਵੱਧ, ਪਾਣੀ ਦਾ ਵੀ ਵੱਧ ਲੈਂਦੇ ਨੇ, ਬਿਜਲੀ ਦਾ ਵੀ ਵੱਧ ਲੈਂਦੇ ਨੇ, ਕਿ ਉਹਨਾਂ ਤੇ ਵੀ ਕੋਈ ਲਗਾਮ ਹੋਏਗੀ? ਫਿਲਹਾਲ ਅਸੀਂ ਆਪਣਾ ਜਿਹੜਾ ਸਰਕਾਰੀ ਰੇਟ ਹੈ ਉਹ ਫਿਕਸ ਕਰ ਦਿੱਤਾ ਹੈ। ਜ਼ਿਆਦਾਤਰ ਪਾਣੀ ਸਰਕਾਰੀ ਹੀ ਦਿੱਤਾ ਜਾਂਦਾ ਹੈ। ਜਿਹੜਾ ਪ੍ਰਾਈਵੇਟ ਵਾਲੇ ਹੈ ਉਹ ਆਪਸ ਦੇ ਵਿੱਚ ਸੁਸਾਇਟੀਆਂ ਬਣਾ ਕੇ ਚੱਲਦੇ ਆ, ਉਹ ਉਹਨਾਂ ਦੇ ਆਪਣੇ ਰੇਟ ਹੈ, ਉਹਨਾਂ ਬਾਰੇ ਚ ਇਹਦੇ ਬਾਰੇ ਐਸੀ ਕੋਈ ਹੋ ਨਹੀਂ। ਸੀਐਮ ਸਾਹਿਬ ਰਾਜਮੀਤ ਜੀ ਦੱਸੋ ਸਰ, ਟੋਟਲ ਤੁਹਾਡੀ ਫਾਈਨੈਂਸ਼ੀਅਲ ਲਾਇਬਿਲਿਟੀ ਕਿੰਨੀ ਬਣ ਜਾਏਗੀ ਜੇ ਪਿਛਲਾ ਬਕਾਇਆ ਤੇ ਅਗਲਾ ਫਲੈਟ ਰੇਟ ਕਰਨ ਨਾਲ ਟੋਟਲ ਤੁਹਾਡਾ ਅਮਾਉਂਟ ਸਰਕਾਰ ਤੇ ਕਿੰਨਾ ਵੱਡਾ? ਦੇਖੋ, ਵਿੱਤ ਮੰਤਰੀ ਜੀ ਬੈਠੇ ਹੈ, ਅਸੀਂ ਹਰ ਚੀਜ਼ ਨੂੰ ਨਾਪ ਤੋਲ ਕੇ ਕਰ ਰਹੇ ਹਾਂ। ਕਿਸ ਤਰੀਕੇ ਦੇ ਨਾਲ ਸਰਕਾਰ ਨੂੰ, ਪਬਲਿਕ ਨੂੰ ਸਹੀ ਤਰੀਕੇ ਦੇ ਨਾਲ ਚਲਾਇਆ ਜਾ ਸਕਦਾ, ਕਿਸ ਤਰੀਕੇ ਦੇ ਨਾਲ ਪਬਲਿਕ ਨੂੰ ਸਹੀ ਰਾਹ ਦੇ ਦਿੱਤੀ ਜਾ ਸਕਦੀ ਹੈ। ਐਸੀ ਕੋਈ ਵੀ ਗੱਲ ਆਪਣੀ ਵਿੱਤ ਤੋਂ ਬਾਹਰ ਨਹੀਂ ਕਰਦੇ। ਬਹੁਤ ਸਕਰੂਟਨੀ ਕਰਕੇ, ਬਹੁਤ ਸਟੱਡੀ ਕਰਕੇ ਇਹ ਰਾਹਤਾਂ ਦਿੱਤੀਆਂ ਜਾ ਰਹੀਆਂ। ਇਹ ਬਣਦੀਆਂ ਸੀ, ਪਿਛਲੀ ਸਰਕਾਰ ਨੇ ਨਹੀਂ ਦਿੱਤੀਆਂ, ਕਿਸੇ ਨੇ ਪਿਛਲੀਆਂ ਸਰਕਾਰਾਂ ਨੇ। ਸੀਐਮ ਸਾਹਿਬ ਸਾਡੀ ਇਹ ਪੰਜਾਬ ਸਰਕਾਰ ਹੈ, ਪੈਸਾ ਸਾਡੇ ਕੋਲ ਹੈਗਾ, ਅਸੀਂ ਤਾਂ ਹੀ ਦਵਾਂਗੇ। ਮੈਂ ਤੁਹਾਨੂੰ ਗਣਾਤੀ ਹੈ ਜੀ ਦੋਨੋਂ ਚੀਜ਼ਾਂ। 1166 ਕਰੋੜ ਇੱਕ ਦੱਸਿਆ, ਤੁਹਾਨੂੰ 700 ਕਰੋੜ ਇੱਕ ਦੱਸਿਆ। ਸੀਐਮ ਸਾਹਿਬ ਬੋਲਿਆ ਪਿੱਛੇ ਤੁਸੀਂ ਸੀਐਸਐਫ ਪੰਜਾਬ ਦੀਆਂ 3 ਜੇਲ੍ਹਾਂ 'ਚ ਲਗਾਈ ਸੀ, ਤੁਸੀਂ ਇਹ ਜਗ੍ਹਾ ਲਗਵਾਈ ਸੀ ਤੁਸੀਂ ਸਰਕਾਰ ਨੇ, ਤੁਹਾਡੀ ਸਰਕਾਰ ਨੇ ਕਿ ਸਾਡੇ ਕੋਲ ਸਿਕਿਉਰਿਟੀ ਦੇ ਇੰਤਜ਼ਾਮ ਨਹੀਂ ਪ੍ਰੋਪਰ ਹੋ ਪਾ ਰਹੇ, ਤੁਸੀਂ ਖੁਦ ਸੀਐਸਐਫ ਮੰਗਾਈ ਸੀ। ਐਸੀ ਨਹੀਂ ਮੰਗਾਈ, ਤੁਸੀਂ ਜੇ ਕੋਈ ਮੇਰੇ ਤੋਂ ਪਹਿਲਾਂ ਕਿਸੇ ਨੇ ਮੰਗਾਈ ਹੈ ਉਸ ਦੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਚੱਕਣਾ ਚਾਹੁੰਦਾ, ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸક્ષਮ ਹੈ ਆਪਣਾ ਲਾਅ ਐਂਡ ਆਰਡਰ ਮੇਨਟੇਨ ਕਰਨ ਨੂੰ। ਪਹਿਲਾਂ ਵੀ ਪੰਜਾਬ ਸਰਕਾਰ ਨੇ ਕੀਤਾ, ਜੇ ਸਾਨੂੰ ਲੋੜ ਹੋਏਗੀ
ਤਾਂ ਅਸੀਂ ਜ਼ਰੂਰ ਕੇਂਦਰ ਸਰਕਾਰ ਕੋਲ ਚਲਾਵਾਂਗੇ। ਜਦ ਸਾਨੂੰ ਲੋੜ ਹੋਏਗੀ ਜਲ ਭੇਜਣ। ਇਸ ਤਰ੍ਹਾਂ ਇਹ ਜਿਹੜਾ ਕਰਨਾ ਆਪਣੇ ਆਪ ਤੇ ਸੀਐਮ ਸਾਹਿਬ ਤੁਸੀਂ ਕਿਹਾ ਕਿ ਪੰਜਾਬ ਤੁਸੀਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੈ। ਇਹਨਾਂ ਨੂੰ ਗੱਲ ਕਰ ਲੈਣ। ਐਫਐਮ ਸਾਹਿਬ ਬੈਠੇ ਕਿ ਪੰਜਾਬ ਰੈਵਨਿਊ ਸਰਪਲਸ ਸਟੇਟ ਹੋ ਗਿਆ। ਇੱਕ ਮਿੰਟ ਇਹਨਾਂ ਨੂੰ ਗੱਲ ਕਰ ਲੈਣ। ਸਰ, ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਸਵਾਲ ਉਠਾਇਆ ਗਵਰਨਮੈਂਟ ਦੀ ਫੰਕਸ਼ਨਿੰਗ ਤੇ। ਉਹਨਾਂ ਨੇ ਚਿੱਠੀ ਲਿਖੀ ਹੈ ਸੋਨੀਆ ਗਾਂਧੀ ਜੀ ਨੂੰ ਕਿ 13 ਪੁਆਇੰਟ ਏਜੰਡਾ ਲਾਗੂ ਕੀਤਾ ਜਾਏ। ਉਹਨੂੰ ਕਿਵੇਂ ਵੇਖਦੇ ਹੋ? ਦੇਖੋ ਹੁਣ ਮੈਂ ਕਿਤੇ ਰੁਕੇਗਾ ਆਖਰੀ ਕੰਮ? ਸਵਾਲ ਦਾ ਜਵਾਬ ਦੇ ਦੇਣਾ। 13 ਪੁਆਇੰਟ ਹੋਣ, 18 ਪੁਆਇੰਟ ਹੋਣ, 21 ਪੁਆਇੰਟ ਹੋ ਗਏ, 24 ਪੁਆਇੰਟ ਹੋਣ, ਜੋ ਏਜੰਡਾ ਹੈ ਅਸੀਂ ਉਹ ਇਨ ਬਿਨ ਲਾਗੂ ਕਰ ਰਹੇ ਹਾਂ। ਕੋਈ ਵੀ ਪੁਆਇੰਟ ਬਾਹਰ ਨਹੀਂ ਰਹੇਗਾ। ਨਵਜੋਤ ਸਿੰਘ ਸਿੱਧੂ ਜੀ, ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸਾਡੇ 'ਚ ਫਰਕ ਹੈ, ਮੈਂ ਅਗਲੀ ਮੀਟਿੰਗ 'ਚ ਇੱਥੇ ਬਿਠਾਣ ਲਾਂਗਾ ਉਹਨਾਂ ਨੂੰ। ਏਕਤਾ ਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ। ਹਰ ਸਿਸਟਮ ਦੇ ਵਿੱਚ ਠੀਕ ਹੈ ਉਹਨਾਂ ਨੇ ਇਸ਼ੂ ਉਠਾਏ ਹੈ, ਔਰ ਅਸੀਂ ਉਹ ਇਸ਼ੂਜ਼ ਨੂੰ ਪਾਰਟੀ ਪ੍ਰਧਾਨ ਦਾ ਰਾਈਟ ਹੈ ਕਿ ਉਹ ਉਠਾਵੇ ਤੇ ਪਾਰਟੀ ਦੀ ਆਈਡੀਓਲੋਜੀ ਨੂੰ ਅਸੀਂ ਇੰਪਲੀਮੈਂਟ ਕਰਨਾ ਹੈ। ਪਾਰਟੀ ਸੁਪਰੀਮ ਹੈ। ਫਿਰ ਮੈਂ ਖਜ਼ਾਨਾ ਖਾਲੀ ਹੈ। ਮੇਰੀ ਆਈਡੀਓਲੋਜੀ ਇਹ ਹੈ, ਸੁਣੋ, ਮੇਰੀ ਆਈਡੀਓਲੋਜੀ ਇਹ ਹੈ, ਉਹ ਕਹਿੰਦਾ ਕਰਜ਼ਾ ਸਾਡੇ ਲਈ ਕੋਈ ਗੱਲ ਨਹੀਂ। ਇੱਕ ਉਹਨਾਂ ਦੇ ਉੱਪਰ ਵੀ ਹਾਈ ਕਮਾਂਡ ਹੈ, ਉਹ ਆਪਣੀ ਹਾਈ ਕਮਾਂਡ ਨੂੰ ਦੱਸ ਰਹੇ, ਸਾਨੂੰ ਵੀ ਦੱਸ ਰਹੇ ਨਾਲ। ਅਸੀਂ ਰਲ ਕੇ ਸਾਰੇ ਮੁੱਦੇ ਹੱਲ ਹੋ ਜਾਣੇ ਹੈ। ਇਹ ਗੱਲ ਤੁਹਾਨੂੰ ਮੈਂ ਦੱਸ ਦੇਣਾ ਅੱਜ ਕਿ ਘਰ ਘਰ ਦੇ ਵਿੱਚ ਚੱਲੀ ਗੱਲ, ਸਰਕਾਰ ਕਰੇਗੀ ਮਸਲੇ।